ਅਨਾਰਕਲੀ ਨੂੰ ਇੱਕ ਰਾਤ ਫੇਸਬੁੱਕ ਤੇ ਮੈਸੇਜ ਆਉਂਦਾ ਹੈ ਕਿਸੇ ਅਣਜਾਣ ਵਿਅਕਤੀ ਦਾ। ਉਸ ਦੀ ਪ੍ਰੋਫਾਈਲ ਬੜੀ ਇੰਟਰੈਕਟਿਵ ਸੀ, ਜਿਵੇਂ ਕੋਈ ਬਿਜ਼ਨਸਮੈਨ ਹੋਵੇ। ਉਸਨੇ ਦੱਸਿਆ, ਮੈਂ ਇੱਕ ਕੰਪਨੀ ਦਾ ਮੈਨੇਜਰ ਹਾਂ ਤੇ ਮੇਰੇ ਨੀਚੇ 10 ਬੰਦੇ ਕੰਮ ਕਰਦੇ ਨੇ। ਇਸ ਟਾਈਮ ਮੇਰੀ ਇਨਕਮ 50,000 ਰੁਪਏ ਪ੍ਰਤੀ ਮਹੀਨਾ ਹੈ। ਉਸਨੇ ਪੁੱਛਿਆ, ਤੁਸੀਂ ਕੀ ਕਰਦੇ ਹੋ? ਅਨਾਰਕਲੀ ਨੇ ਕਿਹਾ, ਮੈਂ ਜੌਬ ਕਰਦੀ ਹਾਂ। ਉਸਨੇ ਪੁੱਛਿਆ, ਤੁਹਾਡੀ ਸੈਲਰੀ ਕਿੰਨੀ ਹੈ? ਅਨਾਰਕਲੀ ਨੇ ਕਿਹਾ, 7,000 ਰੁਪਏ। ਉਸਨੇ ਕਿਹਾ, ਸਿਰਫ 7,000 ਰੁਪਏ? ਕੀ ਤੁਸੀਂ 20,000 ਰੁਪਏ ਮਹੀਨਾ ਕਮਾਉਣਾ ਚਾਹੁੰਦੇ ਹੋ? ਹਾਂ, ਤੁਸੀਂ ਕਮਾ ਸਕਦੇ ਹੋ। ਤੁਹਾਨੂੰ ਚਾਹੀਦੀ ਹੈ ਸਹੀ ਡਾਇਰੈਕਸ਼ਨ। ਫੇਕ ਫੋਟੋਜ਼ ਤੇ ਫੇਕ ਵੀਡੀਓਜ਼ ਦਿਖਾ ਕੇ ਉਹ ਬੰਦਾ ਅਨਾਰਕਲੀ ਨੂੰ ਕਨਵਿੰਸ ਕਰ ਲੈਂਦਾ ਹੈ 3 ਦਿਨਾਂ ਦੀ ਟ੍ਰੇਨਿੰਗ ਲਈ। ਅਨਾਰਕਲੀ ਘਰ ਦੀ ਤੰਗੀ ਨੂੰ ਦੂਰ ਕਰਨ ਅਤੇ ਕੁਝ ਬਣ ਕੇ ਦਿਖਾਉਣ ਦੀ ਇੱਛਾ ਨਾਲ ਚਲੀ ਜਾਂਦੀ ਹੈ ਸ਼ਹਿਰ ਲੁਧਿਆਣੇ। 3 ਦਿਨਾਂ ਦੀ ਟ੍ਰੇਨਿੰਗ ਵਿੱਚ ਅਨਾਰਕਲੀ ਨੂੰ ਸਾਰੀਆਂ ਬਿਜ਼ਨਸ ਕਲਾਸ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ। ਆਪਦੀਆਂ ਦੁੱਖ ਭਰੀਆਂ ਤੇ ਮੋਟੀਵੇਸ਼ਨਲ ਕਹਾਣੀਆਂ ਸੁਣਾ ਕੇ ਅਨਾਰਕਲੀ ਦਾ ਪੂਰਾ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ। ਜ਼ੀਰੋ ਤੋਂ ਕਰੋੜਾਂ ਰੁਪਏ ਕਮਾਉਣ ਦੇ ਸੁਪਨੇ ਦਿਖਾਏ ਜਾਂਦੇ ਨੇ। ਤੀਜੇ ਦਿਨ ਦੀ ਟ੍ਰੇਨਿੰਗ ਤੱਕ ਅਨਾਰਕਲੀ ਦੀ ਸੋਚ ਨੂੰ ਬਦਲ ਦਿੱਤਾ ਜਾਂਦਾ ਹੈ। 3 ਦਿਨ ਲਗਾਤਾਰ ਸੁਪਨੇ ਦਿਖਾਏ ਜਾਂਦੇ ਨੇ। ਉਸ ਜਗ੍ਹਾ ਦਾ ਮਾਹੌਲ ਹੀ ਕੁਝ ਇਸ ਤਰੀਕੇ ਦਾ ਹੁੰਦਾ ਹੈ ਕਿ ਅਨਾਰਕਲੀ ਸੋਚਣ ਲੱਗਦੀ ਹੈ ਕਿ ਹਾਂ ਯਾਰ, ਮੈਂ ਕੁਝ ਕਰ ਸਕਦੀ ਹਾਂ ਤੇ ਮੈਂ ਕਰਨਾ ਹੀ ਹੈ। ਅਨਾਰਕਲੀ ਹੁਣ ਅਮੀਰ ਹੋਣ ਜਾ ਰਹੀ ਹੈ, ਪਰ ਉਸ ਦੀ ਇੱਕ ਰੁਕਾਵਟ ਹੈ ਵੈਲਕਮ ਕਿਟ, ਜੋ ਹੈ 30,000 ਰੁਪਏ ਦੀ। ਅਨਾਰਕਲੀ ਹੁਣ ਘਰੇ ਫੋਨ ਕਰਦੀ ਹੈ। ਮੰਮੀ ਨੂੰ ਕਹਿੰਦੀ ਹੈ ਕਿ ਮੈਨੂੰ ਮੰਜ਼ਿਲ ਮਿਲ ਚੁੱਕੀ ਹੈ। ਉਸ ਦੇ ਲਈ ਸਿਰਫ 30,000 ਰੁਪਏ ਦੀ ਜ਼ਰੂਰਤ ਹੈ। ਮੈਨੂੰ ਨਹੀਂ ਪਤਾ, ਤੁਸੀਂ ਜੋ ਮਰਜ਼ੀ ਕਰੋ, ਮੈਨੂੰ 30,000 ਰੁਪਏ ਚਾਹੀਦੇ ਨੇ। ਮਾਂ ਆਪਣੀ ਕੁਝ ਤਾਂ ਸੇਵਿੰਗ ਨੂੰ ਅਤੇ ਕੁਝ ਪੈਸੇ ਉਧਾਰ ਲੈ ਕੇ ਅਨਾਰਕਲੀ ਨੂੰ ਭੇਜਦੀ ਹੈ। ਅਨਾਰਕਲੀ ਵੈਲਕਮ ਕਿਟ ਖਰੀਦ ਲੈਂਦੀ ਹੈ, ਜੋ ਕਿ ਓਵਰ ਪ੍ਰਾਈਸ ਹੈ। ਅਨਾਰਕਲੀ ਦਾ ਫੋਕਸ ਪ੍ਰੋਡਕਟ ਵੇਚਣ ਤੇ ਨਹੀਂ, ਆਪਣੇ ਨੀਚੇ 3 ਬੰਦੇ ਜੋੜਨ ਤੇ ਹੈ, ਕਿਉਂਕਿ ਬਾਕੀ ਸਾਰੀ ਟੀਮ ਵੀ ਆਪਣੇ ਨੀਚੇ 3 ਬੰਦੇ ਜੋੜਨ ਤੇ ਲੱਗੀ ਹੋਈ ਹੈ। ਹੁਣ ਅਨਾਰਕਲੀ ਪੈਸੇ ਰਿਕਵਰ ਕਰਨ ਲਈ ਜੀ ਜਾਨ ਨਾਲ ਮਿਹਨਤ ਕਰਦੀ ਹੈ ਤੇ ਇੱਕ ਬੰਦੇ ਨੂੰ ਆਪਣੇ ਨੀਚੇ ਜੋੜ ਲੈਂਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਆਪ ਇਸ ਕੰਪਨੀ ਵਿੱਚ ਜੁੜੀ ਸੀ। ਇਹ ਬੰਦਾ 70,000 ਰੁਪਏ ਇਨਵੈਸਟ ਕਰਦਾ ਹੈ, ਜਿਸ ਵਿੱਚੋਂ 20,000 ਰੁਪਏ ਅਨਾਰਕਲੀ ਨੂੰ ਕਮਿਸ਼ਨ ਵਜੋਂ ਮਿਲ ਜਾਂਦੇ ਨੇ। ਹੁਣ ਕੰਪਨੀ ਦੇਖਦੀ ਹੈ ਕਿ ਅਨਾਰਕਲੀ ਕੋਲ 20,000 ਰੁਪਏ ਨੇ। ਕੰਪਨੀ ਵਾਲੇ ਅਨਾਰਕਲੀ ਨੂੰ ਕਨਵਿੰਸ ਕਰ ਲੈਂਦੇ ਨੇ ਆਪਣਾ ਲੈਵਲ ਉੱਪਰ ਕਰਨ ਲਈ, ਤਾਂ ਕਿ ਉਹ ਮੈਨੇਜਰ ਬਣ ਸਕੇ। ਗੱਲਾਂ ਵਿੱਚ ਆ ਕੇ ਅਨਾਰਕਲੀ ਆਪਣੇ 20,000 ਰੁਪਏ ਵੀ ਇਨਵੈਸਟ ਕਰ ਦਿੰਦੀ ਹੈ ਆਪਣਾ ਲੈਵਲ ਉੱਪਰ ਕਰਨ ਲਈ। ਹੁਣ ਅਨਾਰਕਲੀ ਆਪਣੇ ਨੀਚੇ ਨਾ ਤਾਂ ਕੋਈ ਮੈਂਬਰ ਜੋੜ ਪਾ ਰਹੀ ਹੈ ਤੇ ਨਾ ਹੀ ਕੋਈ ਪ੍ਰੋਡਕਟ ਵੇਚ ਪਾ ਰਹੀ ਹੈ। ਇਸ ਜਗ੍ਹਾ ਤੇ ਜਾ ਕੇ ਅਨਾਰਕਲੀ ਨੂੰ ਸਮਝ ਆਉਂਦਾ ਹੈ ਸਾਰਾ ਖੇਡ। ਇਹ ਇੱਕ ਪਿਰਾਮਿਡ ਸਕੀਮ ਹੈ, ਜਿਸ ਵਿੱਚ ਆਪ ਤਾਂ ਫਸ ਚੁੱਕੀ ਹੈ ਤੇ ਕੰਪਨੀ ਫੋਰਸ ਕਰ ਰਹੀ ਹੈ ਕਿ ਤੂੰ ਹੋਰ ਲੋਕਾਂ ਨੂੰ ਵੀ ਫਸਾ। ਅਨਾਰਕਲੀ ਕੋਲ ਹੁਣ ਸਿਰਫ ਇੱਕ ਹੀ ਆਪਸ਼ਨ ਹੈ, ਘਰ। ਅਨਾਰਕਲੀ ਤਾਂ ਆਪਣੇ ਘਰ ਆ ਗਈ, ਪਰ ਬਹੁਤ ਸਾਰੇ ਨੌਜਵਾਨ ਵਾਪਸ ਆ ਨਹੀਂ ਪਾਉਂਦੇ। ਕੁੜੀਆਂ ਨੂੰ ਮੈਨੇਜਰ ਪੈਸੇ ਆਫਰ ਕਰਦੇ ਨੇ ਤਾਂ ਕਿ ਤੁਸੀਂ ਆਪਣਾ ਲੈਵਲ ਉੱਪਰ ਕਰ ਸਕੋ। ਬਹੁਤ ਸਾਰੀਆਂ ਕੁੜੀਆਂ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ। ਲੈਵਲ ਤਾਂ ਉੱਪਰ ਹੋ ਜਾਂਦਾ ਹੈ, ਪਰ ਪੈਸੇ ਵਾਪਸ ਨਹੀਂ ਹੁੰਦੇ, ਜਿਸ ਕਾਰਨ ਬਹੁਤ ਸਾਰੀਆਂ ਕੁੜੀਆਂ ਗਲਤ ਸਟੈਪ ਲੈ ਲੈਂਦੀਆਂ ਨੇ, ਜਿਸ ਦੀ ਉਹਨਾਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। 10,000 ਤੋਂ 2 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਕੇ ਦੇਣ ਵਾਲੀ ਕੰਪਨੀ ਦਾ ਕੀ ਰਾਜ਼ ਹੈ, ਆਈਏ ਡਿਟੇਲ ਨਾਲ ਜਾਣਦੇ ਹਾਂ। ਕੀ ਹੈ MLM ਤੇ ਪਿਰਾਮਿਡ ਸਕੀਮ? ਆਈਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। MLM ਤੇ ਪਿਰਾਮਿਡ ਸਕੀਮ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ, ਜਿਸ ਨੂੰ ਅਸੀਂ ਅੱਗੇ ਡਿਸਕਸ ਕਰਾਂਗੇ। ਪਹਿਲਾਂ ਦੇਖਦੇ ਹਾਂ MLM ਕੰਪਨੀਆਂ ਨੂੰ। ਇੱਕ ਨਾਰਮਲ ਕੰਪਨੀ ਹੈ ਜਿਸ ਵਿੱਚ ਬਿਸਕੁਟ ਬਣਦੇ ਨੇ। ਇਹ ਕੰਪਨੀ ਫੈਕਟਰੀ ਵਿੱਚ ਬਿਸਕੁਟ ਬਣਾ ਕੇ ਸਟੋਰਾਂ ਤੇ ਦੁਕਾਨਾਂ ਤੇ ਵੇਚਦੀ ਹੈ। ਉੱਥੋਂ ਕਸਟਮਰ ਬਿਸਕੁਟ ਖਰੀਦ ਲੈਂਦੇ ਨੇ, ਯਾਨੀ ਸੇਲਰ, ਡਿਸਟ੍ਰੀਬਿਊਟਰ ਤੇ ਕਸਟਮਰ। ਇਹ ਹੈ ਇੱਕ ਨਾਰਮਲ ਕੰਪਨੀ ਦਾ ਵਰਕਿੰਗ ਮਾਡਲ। ਦੂਸਰੇ ਪਾਸੇ ਫਰਾਡ MLM ਕੰਪਨੀ ਵਿੱਚ ਸੇਲਰ ਤੇ ਡਿਸਟ੍ਰੀਬਿਊਟਰ ਦੋ ਹੀ ਹੁੰਦੇ ਨੇ। ਇਹ ਕੰਪਨੀ ਚਲਾਕੀ ਨਾਲ ਡਿਸਟ੍ਰੀਬਿਊਟਰ ਨੂੰ ਹੀ ਕਸਟਮਰ ਬਣਾ ਦਿੰਦੀ ਹੈ। ਯਾਦ ਹੈ ਨਾ, ਅਨਾਰਕਲੀ ਨੇ 30,000 ਰੁਪਏ ਦੀ ਵੈਲਕਮ ਕਿਟ ਖਰੀਦੀ ਸੀ, ਯਾਨੀ ਅਨਾਰਕਲੀ ਡਿਸਟ੍ਰੀਬਿਊਟਰ ਵੀ ਹੈ ਤੇ ਕਸਟਮਰ ਵੀ। ਇੱਕ ਨਾਰਮਲ ਕੰਪਨੀ ਫੋਕਸ ਕਰਦੀ ਹੈ ਆਪਣੇ ਪ੍ਰੋਡਕਟ ਤੇ, ਪਰ ਇਹ ਫਰਾਡ MLM ਕੰਪਨੀ ਨੂੰ ਪ੍ਰੋਡਕਟ ਨਾਲ ਕੋਈ ਮਤਲਬ ਨਹੀਂ ਹੁੰਦਾ। ਇਹ ਫੋਕਸ ਕਰਦੀ ਹੈ ਆਪਣੇ ਨੀਚੇ 3 ਬੰਦੇ ਜੋੜਨ ਤੇ। ਟੌਪ ਤੇ ਹੈ ਬੌਸ, ਉਸ ਤੋਂ ਨੀਚੇ ਹੈ ਡਿਸਟ੍ਰੀਬਿਊਟਰ, ਉਸ ਤੋਂ ਫਿਰ ਨੀਚੇ ਹੈ ਡਿਸਟ੍ਰੀਬਿਊਟਰ। ਇੰਜ ਕਰਦੇ ਇਹ ਲਾਈਨ ਚੱਲਦੀ ਰਹਿੰਦੀ ਹੈ, ਜੋ ਕਿ ਕਮਿਸ਼ਨ ਬੇਸ ਤੇ ਕੰਮ ਕਰਦੇ ਨੇ। ਜਦੋਂ ਵੀ ਕੋਈ ਪ੍ਰੋਡਕਟ ਵਿਕਦਾ ਹੈ ਜਾਂ ਕੋਈ ਨਵਾਂ ਮੈਂਬਰ ਐਡ ਹੁੰਦਾ ਹੈ ਤਾਂ ਡਿਸਟ੍ਰੀਬਿਊਟਰ ਨੂੰ ਕਮਿਸ਼ਨ ਮਿਲ ਜਾਂਦਾ ਹੈ। ਇਸ ਚੇਨ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਇੱਕ ਬਣਦਾ ਹੈ ਪਿਰਾਮਿਡ। ਆਈਏ ਹੁਣ ਸਮਝਦੇ ਹਾਂ ਪਿਰਾਮਿਡ ਸਕੀਮ ਨੂੰ। ਪਿਰਾਮਿਡ ਸਕੀਮ ਤੇ MLM ਵਿੱਚ ਫਰਕ ਸਿਰਫ ਇੰਨਾ ਹੀ ਹੁੰਦਾ ਹੈ ਕਿ ਪਿਰਾਮਿਡ ਸਕੀਮ ਵਿੱਚ ਕੋਈ ਪ੍ਰੋਡਕਟ ਨਹੀਂ ਵੇਚੇ ਜਾਂਦੇ। ਪਿਰਾਮਿਡ ਸਕੀਮ ਵਿੱਚ ਕੰਪਨੀ ਜੁਆਇਨਿੰਗ ਫੀਸ ਲੈਂਦੀ ਹੈ, ਜਿਸ ਦੇ ਬਦਲੇ ਕੋਈ ਵੈਲਕਮ ਕਿਟ ਨਹੀਂ ਦਿੱਤੀ ਜਾਂਦੀ। ਇੱਥੇ ਕੰਪਨੀ ਬੋਲਦੀ ਹੈ, ਪੈਸੇ ਦੇ ਕੇ ਸਾਡੇ ਨਾਲ ਜੁੜ ਜਾਓ ਤੇ ਆਪਣੇ ਨੀਚੇ 3 ਬੰਦੇ ਹੋਰ ਜੋੜੋ। ਜਦੋਂ ਉਹ 3 ਬੰਦੇ ਜੁਆਇਨਿੰਗ ਫੀਸ ਦੇਣਗੇ ਤਾਂ ਉਸ ਵਿੱਚੋਂ ਤੁਹਾਨੂੰ ਕੁਝ ਪਰਸੈਂਟੇਜ ਮਿਲ ਜਾਵੇਗਾ, ਤੇ ਜਦੋਂ ਉਹਨਾਂ ਨੀਚੇ ਜੁੜੇ ਬੰਦੇ ਆਪਣੀ ਜੁਆਇਨਿੰਗ ਫੀਸ ਦੇਣਗੇ ਤਾਂ ਉਹਨਾਂ ਵਿੱਚੋਂ ਵੀ ਤੁਹਾਨੂੰ ਕਮਿਸ਼ਨ ਮਿਲ ਜਾਵੇਗਾ। ਯਾਨੀ ਅਮੀਰ ਹੋਣ ਦੀ ਨਿੰਜਾ ਟੈਕਨੀਕ। ਨਵੇਂ ਜੁੜੇ
ਬੰਦੇ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਤੂੰ ਟੌਪ ਤੇ ਹੈ, ਪਰ ਅਸਲ ਵਿੱਚ ਹੁੰਦਾ ਉਹ ਬਾਟਮ ਤੇ ਹੈ। ਆਪਣੇ ਨੀਚੇ 3 ਬੰਦੇ ਤਾਂ ਜੁੜਦੇ ਨਹੀਂ। ਤੁਸੀਂ ਪੈਸੇ ਕਮਾਉਣੇ ਤਾਂ ਛੱਡੋ, ਜਿਹੜੇ ਕੋਲ ਹੁੰਦੇ ਨੇ ਉਹ ਵੀ ਲੋਕ ਗਵਾ ਲੈਂਦੇ ਨੇ। ਪਿਰਾਮਿਡ ਸਕੀਮ ਇੰਡੀਆ ਵਿੱਚ ਬੈਨ ਹੈ, ਪਰ ਇਹ ਕੰਪਨੀਆਂ MLM ਦੇ ਥਰੂ ਪਿਰਾਮਿਡ ਸਕੀਮ ਨੂੰ ਹੀ ਚਲਾ ਰਹੀਆਂ ਨੇ। ਇਸ ਵਿੱਚ ਸਰਕਾਰ ਵੀ ਕੁਝ ਨਹੀਂ ਕਰ ਸਕਦੀ, ਕਿਉਂਕਿ ਬਹੁਤ ਸਾਰੀਆਂ ਨਾਰਮਲ ਕੰਪਨੀ ਵੀ MLM ਟੈਕਨੀਕ ਤੇ ਬੇਸਡ ਹੁੰਦੀਆਂ ਨੇ। ਸਰਕਾਰ ਨੋਟਿਸ ਜਾਰੀ ਕਰਦੀ ਰਹਿੰਦੀ ਹੈ ਕਿ ਇਹਨਾਂ ਫਰਾਡ ਕੰਪਨੀਆਂ ਤੋਂ ਬਚੋ, ਕਿਉਂਕਿ ਜ਼ਿਆਦਾਤਰ MLM ਕੰਪਨੀਆਂ ਫਰਾਡ ਹੁੰਦੀਆਂ ਨੇ। ਹੁਣ ਸਵਾਲ ਹੈ ਕਿ ਇਹਨਾਂ ਫਰਾਡ ਕੰਪਨੀਆਂ ਨੂੰ ਪਹਿਚਾਣਿਆ ਕਿਵੇਂ ਜਾਵੇ। ਇਹਨਾਂ ਫਰਾਡ ਕੰਪਨੀਆਂ ਦੇ ਕਈ ਸਿੰਪਟਮਸ ਨੇ। ਨੰਬਰ 1, ਇਹਨਾਂ MLM ਕੰਪਨੀ ਦੇ ਪ੍ਰੋਡਕਟ ਬਹੁਤ ਮਹਿੰਗੇ ਹੁੰਦੇ ਨੇ। ਇੱਕ ਨਾਰਮਲ ਸਾਬਣ ਦੀ ਟਿੱਕੀ 10-20 ਰੁਪਏ ਦੀ ਮਿਲ ਜਾਂਦੀ ਹੈ, ਪਰ ਇਹਨਾਂ ਦੀ ਸਾਬਣ ਹੋਏਗੀ 250-300 ਰੁਪਏ ਦੀ। ਜਦੋਂ ਵੀ ਇਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਬਈ ਤੁਹਾਡੇ ਪ੍ਰੋਡਕਟ ਇੰਨੇ ਮਹਿੰਗੇ ਕਿਉਂ ਹੁੰਦੇ ਨੇ, ਤਾਂ ਇਹਨਾਂ ਦਾ ਅੱਗੋਂ ਜਵਾਬ ਹੁੰਦਾ ਹੈ, ਵੀਰੇ ਅਜਿਹੀ ਸਾਬਣ ਨਾ ਦੁਨੀਆ 'ਚ ਹੋਰ ਕਿਸੇ ਨੇ ਬਣਾਈ ਹੀ ਨਹੀਂ, ਬੁੱਲੇ ਤੋਂ ਮਾਸਟਰਪੀਸ। ਇਹ ਸਭ ਬਕਵਾਸ ਹੈ। ਨੰਬਰ 2, ਇਹਨਾਂ ਕੰਪਨੀਆਂ ਵਿੱਚ ਜੁਆਇਨ ਹੋਣ ਲਈ ਇੱਕ ਫੀਸ ਦੇਣੀ ਪੈਂਦੀ ਹੈ, ਜਿਸ ਦੇ ਬਦਲੇ ਮਿਲਦੀ ਹੈ ਵੈਲਕਮ ਕਿੱਟ, ਜਿਸ ਵਿੱਚ ਸਾਰੇ ਬਕਵਾਸ ਪ੍ਰੋਡਕਟ ਹੁੰਦੇ ਨੇ। ਨੰਬਰ 3, ਇਹ ਲੋਕ ਆਪਣੇ ਪ੍ਰੋਡਕਟ ਨੂੰ ਸਭ ਤੋਂ ਉੱਪਰ ਦੱਸਣਗੇ। ਫੋਰ ਐਗਜ਼ਾਮਪਲ ਐਲੋਵੇਰਾ ਜੂਸ। ਪਤਾ ਨਹੀਂ ਇਸ ਜੂਸ ਵਿੱਚ ਕੀ ਮਿਕਸ ਕੀਤਾ ਗਿਆ ਹੈ, ਜਿਸ ਦੇ 1 ਚਮਚ ਨਾਲ ਤੁਹਾਡੀਆਂ ਸਾਰੀਆਂ ਆਂਤੜੀਆਂ ਸਾਫ਼। ਜੇ ਕੋਈ ਇਹਨਾਂ ਦੀ ਕੰਪਨੀ ਟੈਕਨੀਕਲ ਫੀਲਡ ਵਿੱਚ ਹੈ ਤਾਂ ਇਹਨਾਂ ਵਰਗੀ ਟੈਕਨੋਲੋਜੀ ਹੋਰ ਕਿਸੇ ਕੰਪਨੀ ਕੋਲ ਹੈ ਹੀ ਨਹੀਂ। ਤੇ ਜੇ ਕੋਈ ਇਹਨਾਂ ਦਾ ਪ੍ਰੋਡਕਟ ਐਜੂਕੇਸ਼ਨ ਸਿਸਟਮ ਵਿੱਚ ਹੈ ਤਾਂ ਬਸ ਇੱਕ ਵਾਰ ਤੁਸੀਂ ਇਹਨਾਂ ਦਾ ਕੋਰਸ ਖਰੀਦ ਲਓ, ਫਿਰ ਤੁਹਾਨੂੰ IBM, Facebook, ਮਾਈਕਰੋਸਾਫਟ, ਗੂਗਲ, ਮਹਿੰਦਰਾ ਗਰੁੱਪ, ਟਾਟਾ ਗਰੁੱਪ ਵਰਗੀਆਂ ਕੰਪਨੀਆਂ ਵਿੱਚ ਜੌਬ ਲੈਣ ਤੋਂ ਕੋਈ ਨਹੀਂ ਰੋਕ ਸਕਦਾ। ਨੰਬਰ 4, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਕੋਲ ਕੋਈ ਡਿਪਲੋਮਾ ਡਿਗਰੀ ਹੈ ਜਾਂ ਨਹੀਂ, ਕੋਈ ਫਰਕ ਨਹੀਂ ਪੈਂਦਾ। ਸਿਰਫ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ ਇਹਨਾਂ ਦੀ ਵੈਲਕਮ ਕਿੱਟ ਖਰੀਦਣ ਲਈ। ਨੰਬਰ 5, ਇਹਨਾਂ ਕੰਪਨੀਆਂ ਦਾ ਪ੍ਰੋਡਕਟ ਵੇਚਣ ਤੇ ਕੋਈ ਧਿਆਨ ਨਹੀਂ ਹੁੰਦਾ। ਇਹਨਾਂ ਦਾ ਧਿਆਨ ਹੁੰਦਾ ਹੈ ਆਪਣੇ ਨੀਚੇ 3 ਬੰਦੇ ਜੋੜਨ ਤੇ ਇਸ ਤੋਂ ਵੀ ਮੋਸਟ ਇੰਪੋਰਟੈਂਟ ਤੁਹਾਨੂੰ ਅਮੀਰ ਬਣਾਉਣ ਤੇ। ਨੰਬਰ 6, ਇਹ ਲੋਕ ਹਮੇਸ਼ਾ ਪੈਂਟ ਕੋਟ ਪਾਈ ਰੱਖਣਗੇ। ਸਰਦੀ ਹੋਵੇ ਜਾਂ ਗਰਮੀ ਕੋਈ ਮਾਇਨੇ ਨਹੀਂ ਰੱਖਦੀ, ਸਿਰਫ ਪੈਂਟ ਕੋਟ। ਪੈਂਟ ਕੋਟ ਇਸ ਲਈ ਤਾਂ ਕਿ ਤੁਸੀਂ ਵੀ ਅਮੀਰ ਬਣਨ ਦੀ ਸੋਚੋ। ਇਹ ਲੋਕ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਮਹਿੰਗੀਆਂ ਕਾਰਾਂ, 5 ਸਟਾਰ ਹੋਟਲ, ਪਾਰਟੀਆਂ, ਫੋਰਨ ਟ੍ਰਿਪ ਤੇ ਲਗਜ਼ਰੀ ਲਾਈਫਸਟਾਈਲ ਦੀਆਂ ਫੋਟੋਜ਼ ਅਪਲੋਡ ਕਰਦੇ ਰਹਿੰਦੇ ਨੇ, ਤਾਂ ਕਿ ਤੁਸੀਂ ਵੀ ਇਹਨਾਂ ਵਰਗੇ ਅਮੀਰ ਬਣਨ ਦੀ ਸੋਚੋ ਤੇ ਇਹਨਾਂ ਦੀ ਕੰਪਨੀ ਵਿੱਚ ਜੁਆਇਨ ਹੋ ਜਾਓ। ਨੰਬਰ 7, ਜ਼ਬਰਦਸਤ ਕੌਨਫੀਡੈਂਸ। ਪਤਾ ਨਹੀਂ ਇਹ ਲੋਕ ਗੱਪ ਮਾਰਨ ਲਈ ਵੀ ਇੰਨੀ એનર્ਜੀ ਲੈ ਕੇ ਕਿੱਥੋਂ ਆਉਂਦੇ ਨੇ। ਇਹਨਾਂ ਦੇ ਸੈਮੀਨਾਰ ਵਿੱਚ ਮੋਟੀਵੇਸ਼ਨ ਦੀਆਂ ਕਹਾਣੀਆਂ। ਪਹਿਲਾਂ ਮੈਂ ਗਰੀਬ ਸੀ, ਮੇਰੇ ਕੋਲ ਚਾਹ ਪੀਣ ਦੇ ਪੈਸੇ ਨਹੀਂ ਸੀ, ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਵਿੱਚ ਸਾਡਾ ਸਾਰਾ ਕੁਝ ਵਿਕ ਗਿਆ ਸੀ, ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ, ਪਰ ਇੱਕ ਦਿਨ ਮੈਂ ਇਸ ਕੰਪਨੀ ਨਾਲ ਜੁੜਿਆ, ਮੇਰੇ ਰਾਤੋਂ ਰਾਤ ਭਾਗ ਬਦਲ ਗਏ, ਮੈਂ ਲੱਖਪਤੀ ਬਣ ਗਿਆ। ਅੱਜ ਮੈਂ ਹਰ ਮਹੀਨੇ 5 ਲੱਖ ਰੁਪਏ ਕਮਾ ਰਿਹਾ ਹਾਂ, ਜੋ ਕਿ ਕੋਰਾ ਗੱਪ ਹੈ। ਇਹ ਕੁਝ ਪਪੂਲਰ ਲੱਛਣ ਸੀ ਜੋ ਇਹਨਾਂ ਫਰਾਡ MLM ਕੰਪਨੀਆਂ ਵਿੱਚ ਪਾਏ ਜਾਂਦੇ ਨੇ। ਹੁਣ ਜੇ ਕੋਈ ਸਵਾਲ ਕਰੇ ਕਿ ਕੀ ਹੋਇਆ ਜੇ ਪਪੂਲਰ ਕੰਪਨੀਆਂ ਪ੍ਰੋਡਕਟ ਬਣਾਉਂਦੀਆਂ ਨੇ, ਕੀ ਪਤਾ ਉਹ ਚੰਗੇ ਹੈ ਜਾਂ ਮਾੜੇ, ਫਿਰ ਕੀ ਹੋਇਆ ਜੇ ਕੋਈ MLM ਕੰਪਨੀ ਪ੍ਰੋਡਕਟ ਬਣਾ ਰਹੀ ਹੈ? ਦੇਖੋ, ਜੇ ਕੋਈ ਮਲਟੀ ਲੈਵਲ ਕੰਪਨੀ ਸਹੀ ਪ੍ਰੋਡਕਟ ਬਣਾ ਰਹੀ ਹੈ, ਉਸ ਵਿੱਚ ਕੁਝ ਗਲਤ ਨਹੀਂ, ਪਰ ਇਹ ਕੰਪਨੀਆਂ ਪ੍ਰੋਡਕਟ ਤੇ ਧਿਆਨ ਦਿੰਦੀਆਂ ਹੀ ਨਹੀਂ। ਇਹ ਕੰਪਨੀ ਤੁਹਾਨੂੰ ਪ੍ਰੋਡਕਟ ਨਹੀਂ, ਸੁਪਨੇ ਵੇਚ ਰਹੀਆਂ ਨੇ। ਇਹਨਾਂ ਦਾ ਪੂਰਾ ਧਿਆਨ ਹੈ ਤੁਹਾਨੂੰ ਅਮੀਰ ਬਣਾਉਣ ਤੇ। ਜੇ ਤੁਸੀਂ ਮਲਟੀ ਲੈਵਲ ਕੰਪਨੀ ਵਿੱਚ ਹੋ ਤਾਂ ਸੋਚੋ, ਜੇ ਇਹ ਕੰਪਨੀ ਤੁਹਾਨੂੰ ਅਮੀਰੀ ਦੇ ਸੁਪਨੇ ਨਾ ਵੇਚਦੀ ਤਾਂ ਕੀ ਤੁਸੀਂ ਇਹਨਾਂ ਦੀ 30,000 ਦੀ ਵੈਲਕਮ ਕਿੱਟ ਖਰੀਦਦੇ? ਨਹੀਂ ਖਰੀਦਦੇ, ਬਿਲਕੁਲ ਨਹੀਂ ਖਰੀਦਦੇ। ਇਹ ਬਹੁਤ ਛੋਟੀਆਂ ਕੰਪਨੀਆਂ ਨੇ, ਇਹਨਾਂ ਦੀ ਔਕਾਤ ਨਹੀਂ ਹੈ ਕਿਸੇ EMPLOYE ਨੂੰ ਸੈਲਰੀ ਦੇਣ ਦੀ। ਫਿਰ ਇਹਨਾਂ ਕੰਪਨੀਆਂ ਨੇ ਇੱਕ ਤਰੀਕਾ ਕੱਢਿਆ ਫ੍ਰੀ ਦੇ EMPLOYE ਰੱਖਣ ਦਾ। ਇਹਨਾਂ ਨੇ ਲੋਕਾਂ ਨੂੰ ਕਿਹਾ ਤੁਸੀਂ ਸਾਡੇ ਪ੍ਰੋਡਕਟ ਵੇਚੋ, ਜਿਸ ਵਿੱਚੋਂ ਤੁਹਾਨੂੰ ਕਮਿਸ਼ਨ ਮਿਲੇਗਾ। ਜੇ ਤੁਸੀਂ ਆਪਣੇ ਨੀਚੇ 3 ਬੰਦੇ ਹੋਰ ਜੋੜਦੇ ਹੋ ਤਾਂ ਤੁਹਾਨੂੰ ਐਕਸਟਰਾ ਕਮਿਸ਼ਨ ਮਿਲੇਗਾ। ਮੰਨ ਲਓ ਤੁਸੀਂ 30,000 ਰੁਪਏ ਦੀ ਇੱਕ ਕਿੱਟ ਖਰੀਦ ਲਈ, ਇੱਕ ਤਾਂ ਉਹ ਪਹਿਲਾਂ ਹੀ ਓਵਰ ਪ੍ਰਾਈਸ ਹੈ, ਦੂਜਾ ਤੁਸੀਂ ਸੋਚੋ ਇਹਨਾਂ ਪ੍ਰੋਡਕਟਸ ਨੂੰ ਤੁਸੀਂ ਵੇਚੋਗੇ ਕਿੱਥੇ? ਜ਼ਾਹਿਰ ਹੈ ਲੋਕਾਂ ਦੇ ਘਰ ਘਰ ਜਾ ਕੇ, ਆਸ ਪੜੋਸ ਦੇ ਪਿੰਡਾਂ ਵਿੱਚ। ਦੋਸਤੋ, ਪਿੰਡਾਂ ਵਿੱਚ 250-300 ਦੇ ਸਾਬਣ ਨਾਲ ਕੋਈ ਨਹੀਂ ਨਹਾਉਂਦਾ। ਹੁਣ ਜਦੋਂ ਤੁਸੀਂ ਆਪ ਉਸ ਕਿੱਟ ਵਿੱਚੋਂ 1500 ਦੀ ਸਕਿਨ ਕੇਅਰ ਕਰੀਮ ਆਪਣੇ ਚਿਹਰੇ ਤੇ ਲਗਾਓਗੇ ਨਾ, ਉਸ ਟਾਈਮ ਤੁਸੀਂ ਸੋਚੋਗੇ ਕਾਸ਼ ਮੈਂ ਥੋੜੀ ਰਿਸਰਚ ਕਰ ਲੈਂਦਾ ਜਾਂ ਕਿਸੇ ਤੋਂ ਪੁੱਛ ਹੀ ਲੈਂਦਾ। ਇਸ ਪਿਰਾਮਿਡ ਸਕੀਮ ਵਿੱਚ ਟੌਪ ਲੈਵਲ ਵਾਲੇ ਬੰਦੇ ਜਿਨ੍ਹਾਂ ਨੇ ਕੰਪਨੀ ਸ਼ੁਰੂ ਕੀਤੀ ਹੈ, ਸਿਰਫ ਉਹੀ ਪੈਸੇ ਕਮਾਉਣਗੇ। ਤੁਸੀਂ ਇਸ ਪਿਰਾਮਿਡ ਦੇ ਬਿਲਕੁਲ ਨਿਚਲੇ ਲੈਵਲ ਤੇ ਹੋ। ਨਾ ਤਾਂ ਤੁਹਾਡੇ ਤੋਂ 3 ਬੰਦੇ ਜੁੜਨੇ ਤੇ ਨਾ ਹੀ ਪ੍ਰੋਡਕਟ ਵਿਕਣੇ। ਤੁਸੀਂ ਕਦੇ ਵੀ ਪੈਸੇ ਨਹੀਂ ਕਮਾ ਸਕੋਗੇ। ਤੁਸੀਂ ਸੋਚੋ, ਅੰਡਾਨੀ
ਗਰੁੱਪ, ਮਹਿੰਦਰਾ ਗਰੁੱਪ, ਟਾਟਾ ਗਰੁੱਪ ਵਰਗੀਆਂ ਕੰਪਨੀਆਂ ਅਜਿਹੀਆਂ ਸਕੀਮਾਂ ਕਿਉਂ ਨਹੀਂ ਲਾਂਚ ਕਰਦੀਆਂ? ਕੰਪਨੀਆਂ ਨੂੰ ਛੱਡੋ, ਸਰਕਾਰ ਕਿਉਂ ਨਹੀਂ ਅਜਿਹੀ ਸਕੀਮ ਲੈ ਕੇ ਆਉਂਦੀ ਜਿਸ ਨਾਲ ਸਾਰਿਆਂ ਦੀ ਗਰੀਬੀ ਦੂਰ ਕੀਤੀ ਜਾ ਸਕੇ? ਕਿਉਂ ਸਰਕਾਰ ਹਰ ਰੋਜ਼ ਨੌਕਰੀਆਂ ਲਈ ਗਾਲਾਂ ਖਾਂਦੀ ਹੈ? ਕਿਸੇ ਨੂੰ ਕੀ ਜ਼ਰੂਰਤ ਹੈ ਪੜ੍ਹਾਈ ਕਰਨ ਦੀ, ਡਿਗਰੀ ਕਰਨ ਦੀ? ਪਿੰਡਾਂ ਵਿੱਚ ਮਲਟੀ ਲੈਵਲ ਸਕੀਮ ਚਲਾਓ ਤੇ ਅਮੀਰ ਹੋ ਜਾਓ। ਇੱਕ ਨਾਰਮਲ ਕੰਪਨੀ ਵਿੱਚ ਓਨਰ ਆਪਣੇ ਪੈਸੇ ਲਾ ਕੇ ਕੋਈ ਪ੍ਰੋਡਕਟ ਲਾਂਚ ਕਰਦਾ ਹੈ। ਉਸ ਪ੍ਰੋਡਕਟ ਨੂੰ ਬਣਾਉਣ ਲਈ, ਵੇਚਣ ਲਈ, ਮੈਨੇਜ ਕਰਨ ਲਈ EMPLOYEES ਦੀ ਜ਼ਰੂਰਤ ਹੁੰਦੀ ਹੈ। ਇਹਨਾਂ EMPLOYEES ਨੂੰ ਸਿਲੈਕਟ ਕਰਨ ਤੋਂ ਪਹਿਲਾਂ ਸਕਿੱਲ ਦੇਖੀ ਜਾਂਦੀ ਹੈ, ਏਜ ਦੇਖੀ ਜਾਂਦੀ ਹੈ, ਕੁਆਲੀਫਿਕੇਸ਼ਨ ਦੇਖੀ ਜਾਂਦੀ ਹੈ। ਇਹਨਾਂ EMPLOYEES ਦੀ ਫਿਕਸ ਸੈਲਰੀ ਹੁੰਦੀ ਹੈ। ਪਰ ਇਹਨਾਂ ਫਰਾਡ ਮਲਟੀ ਲੈਵਲ ਕੰਪਨੀਆਂ ਵਿੱਚ ਨਾ ਤਾਂ ਸਕਿੱਲ ਦੇਖੀ ਜਾਂਦੀ ਹੈ ਤੇ ਨਾ ਹੀ ਕੁਆਲੀਫਿਕੇਸ਼ਨ। ਸਿਰਫ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ ਜਿਸ ਨਾਲ ਤੁਸੀਂ ਵੈਲਕਮ ਕਿਟ ਖਰੀਦ ਸਕੋ। ਵੀਰੇ, ਆਹ ਇੱਕ ਚੇਨ ਹੈ ਜਿਸ ਵਿੱਚ ਟ੍ਰੇਨਿੰਗ ਦੇ ਜ਼ਰੀਏ ਤੁਹਾਨੂੰ ਬੇਵਕੂਫ ਬਣਾਇਆ ਜਾਂਦਾ ਹੈ, ਫਿਰ ਤੁਹਾਡੇ ਦੁਆਰਾ ਹੋਰ ਲੋਕਾਂ ਨੂੰ ਬੇਵਕੂਫ ਬਣਵਾਇਆ ਜਾਂਦਾ ਹੈ। ਮੰਨ ਲਓ ਤੁਸੀਂ ਆਪਣੇ ਨੀਚੇ ਇੱਕ ਬੰਦਾ ਜੋੜ ਲਿਆ ਜਿਸ ਨੇ 70,000 ਰੁਪਏ ਭਰ ਦਿੱਤੇ। ਜੇ ਉਸ ਬੰਦੇ ਨਾਲ ਕੋਈ ਗੜਬੜੀ ਹੋਈ ਤਾਂ ਉਸ ਬੰਦੇ ਨੇ ਕੰਪਨੀ ਨੂੰ ਨਹੀਂ, ਤੁਹਾਨੂੰ ਆ ਕੇ ਫੜਨਾ ਹੈ। ਦੇਖੋ, ਮੋਰਲ ਆਫ ਦੀ ਸਟੋਰੀ ਆਹੀ ਹੈ ਕਿ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਹੈ। ਤੁਸੀਂ ਰਾਤੋਂ ਰਾਤ ਅਮੀਰ ਨਹੀਂ ਹੋ ਸਕਦੇ। ਇਹ ਫੇਕ ਕੰਪਨੀ ਵਾਲੇ ਸੂਟ ਬੂਟ ਪਾ ਕੇ ਤੁਹਾਨੂੰ ਲੰਬੇ ਚੌੜੇ ਭਾਸ਼ਣ ਦੇ ਸਕਦੇ ਨੇ, ਤੁਹਾਨੂੰ ਖਿਆਲਾਂ ਵਿੱਚ ਅਮੀਰ ਬਣਾ ਸਕਦੇ ਨੇ, ਪਰ ਰੀਅਲ ਲਾਈਫ 'ਚ ਨਹੀਂ। ਹੁਣ ਜਦੋਂ ਵੀ ਤੁਹਾਡਾ ਕੋਈ ਸਕਾ ਸੰਬੰਧੀ, ਦੋਸਤ ਮਿੱਤਰ, ਆਂਢੀ ਗੁਆਂਢੀ ਇਸ ਜਾਲ ਬਾਰੇ ਦੱਸੇ ਕਿ ਦੇਖ ਬਈ ਇਹ ਸਾਰਾ ਕੁਝ ਗੱਪ ਹੈ, ਤੂੰ ਆਪਣਾ ਹੱਥੀ ਕੰਮ ਸਿੱਖ ਲੈ, ਇਸ ਜਗ੍ਹਾ ਤੇ ਮੋਟੀਵੇਸ਼ਨਲ ਸਪੀਕਰ ਕਾਲੇ ਕੋਟ ਵਾਲਾ ਗੱਪੀ ਤੁਹਾਨੂੰ ਕਹੇਗਾ ਨੈਗੇਟਿਵ ਲੋਕਾਂ ਤੋਂ ਦੂਰ ਰਹੋ। ਆਹੀ ਤੇਰੀ ਜ਼ਿੰਦਗੀ ਦਾ ਰਾਹੂ ਹੈ ਜੋ ਤੈਨੂੰ ਅੱਗੇ ਨਹੀਂ ਵਧਣ ਦੇ ਰਿਹਾ। ਯਾਰੋ, ਇਹਨਾਂ ਕੰਪਨੀਆਂ ਕੋਲ ਝੂਠੀ ਉਮੀਦ ਹੈ ਤੇ ਉੱਚੀਆਂ ਉੱਚੀਆਂ ਗੱਲਾਂ। ਸਾਡੇ ਪਿੰਡ ਦੇ ਕੁਝ ਮੁੰਡੇ ਕੁੜੀਆਂ ਇਹਨਾਂ ਫੇਕ ਕੰਪਨੀਆਂ ਦੇ ਸ਼ਿਕਾਰ ਹੋ ਚੁੱਕੇ ਨੇ। ਇੱਕ ਮੁੰਡੇ ਨੇ ਚੰਡੀਗੜ੍ਹ ਜਾ ਕੇ 50,000 ਰੁਪਏ ਦੀ ਵੈਲਕਮ ਕਿਟ ਖਰੀਦ ਲਈ ਜਿਸ ਦੀਆਂ ਕਿਸ਼ਤਾਂ ਅੱਜ ਵੀ ਉਸਦਾ ਪਿਓ ਭਰ ਰਿਹਾ ਹੈ। ਕਿਸੇ ਵੀ ਜਗ੍ਹਾ ਤੇ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ, ਫਿਰ ਇਨਵੈਸਟ ਕਰੋ। ਤਾਂ ਦੋਸਤੋ, ਕਿਵੇਂ ਲੱਗੀ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਇਸੇ ਤਰ੍ਹਾਂ ਦੇ ਕਿਸੇ ਇੰਟਰਸਟਿੰਗ ਟੌਪਿਕ ਦੇ ਨਾਲ।